ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਲਈ ਅਪਲਾਈ ਕਰਨ ਦੀ ਮਿਤੀ 'ਚ ਵਾਧਾ। ਆਖਰੀ ਮਿਤੀ ਵਧਾ ਕੇ 9 ਜੂਨ 2021 ਕਰ ਦਿੱਤੀ ਨਿਰਧਾਰਿਤ। ਦਿੱਲੀ 'ਚ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਮਜ਼ਬੂਤ ਕਰਨ ਦੇ ਲਈ ਕਿਸਾਨਾਂ ਦਾ ਕਾਫਲਾ ਹੋਇਆ ਰਵਾਨਾ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਵੱਡਾ ਕਾਫਲਾ ਦਿੱਲੀ ਲਈ ਰਵਾਨਾ ਤੇ ਕਿਸਾਨਾਂ ਦਾ ਕਹਿਣਾ ਹੈ ਖੇਤੀ ਕਾਨੂੰਨ ਰੱਦ ਕਰੇ ਨਹੀਂ ਤਾਂ ਕੇਂਦਰ ਭੁਗਤੇਗੀ ਮਾੜੇ ਨਤੀਜੇ। 1984 ਦੇ ਘੱਲੂ ਘਰ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਤੇ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਾਮਿਲ ਹੋ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ ਤੇ ਸ਼ਹੀਦਾਂ ਨੂੰ ਕੀਤਾ ਕੋਟ-ਕੋਟ ਪ੍ਰਣਾਮ। ਦਰਬਾਰ ਸਾਹਿਬ 'ਚ ਸਾਕਾ ਨੀਲਾ ਤਾਰਾ ਦੀ 37 ਸਾਲਾ ਬਰਸੀ ਮਨਾਈ। ਵੱਡੀ ਗਿਣਤੀ 'ਚ ਸਿੱਖ ਸੰਗਤ ਹੋਏ ਦਰਬਾਰ ਸਾਹਿਬ ਨਤਮਸਤਕ। ਸਤਿ ਸ਼੍ਰੀ ਅਕਾਲ ਜੀ। ਐਨਬੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮਨਪ੍ਰੀਤ ਸਿੰਘ ਗਿੱਲ ਸਵਾਗਤ ਕਰਦਾ ਤੇ ਸ਼ੁਰੂਆਤ ਕਰਦੇ ਹਾਂ ਇਸ ਵੇਲੇ ਦੇ ਬੁਲਟਨ ਦੀ। ਸਕੂਲ ਸਿੱਖਿਆ ਵਿਭਾਗ ਦੇ ਵਿੱਚ ਅਧਿਆਪਕਾਂ ਦੀ ਭਰਤੀ ਹੋਣ ਦੇ ਉਮੀਦਵਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ ਅਸਾਮੀਆਂ ਵਾਸਤੇ ਅਪਲਾਈ ਕਰਨ ਦੀ ਆਖਰੀ ਮਿਤੀ 'ਚ ਵਾਧਾ ਕੀਤਾ ਹੈ ਤੇ 9 ਜੂਨ 2021 ਜੋ ਆਖਰੀ ਮਿਤੀ ਨਿਰਧਾਰਿਤ ਕਰ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਭਰਤੀ ਡਾਇਰੈਕਟੋਰੇਟ ਨੇ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ ਅਸਾਮੀਆਂ ਭਰਨ ਲਈ ਯੋਗ ਉਮੀਦਵਾਰਾਂ ਦੇ ਕੋਲੋਂ 21 ਦਸੰਬਰ 2020 ਤੱਕ ਅਰਜ਼ੀਆਂ ਮੰਗੀਆਂ ਸਨ ਤੇ ਬਾਅਦ ਦੇ ਵਿੱਚ ਇਹ ਤਰੀਕ ਵਧਾ ਕੇ 24 ਅਪ੍ਰੈਲ 2021 ਕਰ ਦਿੱਤੀ ਸੀ ਤੇ ਬੁਲਾਰੇ ਦੇ ਅਨੁਸਾਰ ਕੁਝ ਤਕਨੀਕੀ ਕਾਰਨਾਂ ਦੇ ਕਾਰਨ ਉਮੀਦਵਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਇਹ ਤਰੀਕ ਵਧਾ ਕੇ 9 ਜੂਨ 2021 ਨਿਰਧਾਰਿਤ ਕਰ ਦਿੱਤੀ ਗਈ ਹੈ ਤਾਂ ਜੋ ਸਾਰੇ ਉਮੀਦਵਾਰ ਅਪਲਾਈ ਕਰ ਸਕਣ ਤੇ ਬੁਲਾਰੇ ਦੇ ਅਨੁਸਾਰ ਅਰਜ਼ੀਆਂ ਵਿਭਾਗ ਦੀ ਵੈਬਸਾਈਟ ਤੇ ਭੇਜੀਆਂ ਜਾ ਸਕਦੀਆਂ ਹਨ। ਅੰਮ੍ਰਿਤਸਰ 'ਚ ਸ਼੍ਰੀ ਹਰਿਮੰਦਰ ਸਾਹਿਬ 'ਚ 1984 ਨੂੰ ਵਾਪਰੇ ਸਾਕਾ ਨੀਲਾ ਤਾਰਾ ਦੀ 37 ਸਾਲਾ ਬਰਸੀ ਮਨਾਈ ਗਈ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈਆਂ। ਇਸ ਦੇ ਨਾਲ ਹੀ ਸਿੱਖ ਸੰਗਤਾਂ ਨੇ ਸਾਕਾ ਨੀਲਾ ਤਾਰਾ 'ਚ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਹੀ ਸਾਕਾ ਨੀਲਾ ਤਾਰਾ ਦੀ ਬਰਸੀ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਨੇ ਪੰਜਾਬ 'ਚ ਸੁਰੱਖਿਆ ਵਧਾ ਦਿੱਤੀ ਅਤੇ ਪੂਰੇ ਪੰਜਾਬ ਦੇ ਵਿੱਚ ਸਖਤੀ ਵੀ ਕਰ ਦਿੱਤੀ ਗਈ ਹੈ। ਉੱਨੀ ਸੌ 84 ਘੱਲੂ ਘਰ ਦਿਨ ਨੂੰ ਸਮਰਪਿਤ ਸ਼ਹੀਦਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦੇ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਰਾ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਇਸ ਮੌਕੇ ਉੱਤੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਤੇ ਤਰਨਤਾਰਨ ਦੇ ਹੈੱਡ ਗ੍ਰੰਥੀ ਗੁਰਜੰਟ ਸਿੰਘ ਨੇ ਦੱਸਿਆ ਕਿ ਸ਼੍ਰੀ ਦਰਬਾਰ ਸਾਹਿਬ ਉੱਤੇ 1984 ਦੇ ਵਿੱਚ ਸਰਕਾਰ ਨੇ ਟੈਂਕਾਂ ਦੇ ਨਾਲ ਹਮਲਾ ਕਰ ਦਿੱਤਾ ਸੀ ਤੇ ਸਾਹਿਬ ਸਿੱਖਾਂ ਦਾ ਹਿਰਦਾ ਹੈ, ਸਿੱਖਾਂ ਦੀ ਹੋਂਦ ਦਾ ਪ੍ਰਤੀਕ ਹੈ। ਪਰ ਭਾਰਤੀ ਫੌਜ ਵੱਲੋਂ 1984 ਵਿੱਚ ਹਠੀ ਤੇ ਹੰਕਾਰੀ ਪ੍ਰਧਾਨ ਮੰਤਰੀ ਵੱਲੋਂ ਭਾਰਤੀ ਫੌਜਾਂ ਚਾੜ ਕੇ ਇਦਾਂ ਢਾਹ ਢੇਰੀ ਕਰਨਾ ਸਿੱਖਾਂ ਦੇ ਹਿਰਦਿਆਂ ਦੇ ਉੱਤੇ ਨਸ਼ਤਰ ਚਲਾਉਣ ਦੇ ਬਰਾਬਰ ਹੈ, ਜਿਨ੍ਹਾਂ ਨੂੰ ਕਦੀ ਵੀ ਨਹੀਂ ਭੁੱਲਿਆ ਜਾ ਸਕਦਾ। ਅੱਜ ਘੱਲੂਘਾਰੇ ਦਿਵਸ ਦਾ ਸਮਾਗਮ ਰੱਖਿਆ ਹੋਇਆ ਸੀ, ਉਹਦੀ ਸੰਪੂਰਨਤਾ ਹੋਈ ਹੈ। ਦੁਨੀਆ ਵਿੱਚ ਵਸਦਾ ਹਰ ਸਿੱਖ, ਹਰ ਇਨਸਾਨੀ ਹਿਰਦਾ ਜਿਹੜਾ ਇਸ ਕਾਰੇ ਨੇ ਭਾਰਤੀ ਸਰਕਾਰ ਨੂੰ ਲਾਹਨਤਾਂ ਪਾਉਂਦਾ ਰਹੇਗਾ। ਇਹ ਕਲੰਕ ਜਿਹੜਾ ਉਹ ਕਦੀ ਵੀ ਮੱਥੇ ਤੋਂ ਨਹੀਂ ਉਤਰਨ ਵਾਲਾ ਔਰ ਸਿੱਖ ਨੂੰ ਕਦੀ ਵੀ ਨਹੀਂ ਭੁਲਾਣਗੇ। ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਦਿਆਂ ਹੋਇਆਂ ਔਰ ਉਹ ਜਿਹੜੀ ਪੀੜ ਆ ਜਿਹਨੂੰ ਸ਼ਬਦਾਂ ਵਿੱਚ ਨਾ ਬੋਲ ਕੇ ਦੱਸਿਆ ਜਾ ਸਕਦਾ ਹੈ ਔਰ ਨਾ ਉਸ ਜਿਹੜਾ ਦਰਦ ਹੈ ਨਾ ਉਹ ਅਸਹਿ ਤੇ ਕਹਿ ਸੀ, ਉਸ ਦਰਦ ਨੂੰ ਅਨੁਭਵ ਕਰਦਿਆਂ ਹੋਇਆਂ ਔਰ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਦਿਆਂ ਹੋਇਆਂ ਘੱਲੂਘਾਰਾ ਦਿਵਸ ਮਨਾਉਂਦਿਆਂ ਹੋਇਆਂ ਜਿੱਥੇ ਸਾਰੇ ਪਾਵਨ ਪਵਿੱਤਰ ਸਥਾਨਾਂ ਤੇ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਰਸੋਂ ਵਾਲੇ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ। ਅੱਜ ਉੱਥੇ ਭੋਗ ਪੈਣੇ। ਉਸੇ ਤਰ੍ਹਾਂ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਵਿਖੇ ਮੈਂਜਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਔਰ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ परसों वाले रोज तो जो श्री अखंड पाठ साहिब प्रारंभ हुए सन, उन्होंने भोग पए ने।
ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ 3 ਖੇਤੀ ਬਿੱਲਾਂ ਦੇ ਖਿਲਾਫ ਦੇਸ਼ 'ਚ ਕਿਸਾਨਾਂ ਪਿਛਲੇ 1 ਸਾਲ ਤੋਂ ਅੰਦੋਲਨ ਕਰ ਰਹੇ ਹਨ ਤੇ ਅਜਿਹੇ ਦੇ ਵਿੱਚ ਪਿਛਲੇ ਦਿਨੀ ਹਰਿਆਣਾ ਦੇ ਫਤਿਆਬਾਦ ਦੇ ਵਿੱਚ ਕਿਸਾਨਾਂ ਅਤੇ ਬੀਜੇਪੀ ਦੇ ਵਿਧਾਇਕ ਦਾ ਵਿਵਾਦ ਵੀ ਹੋ ਗਿਆ ਸੀ। ਇਸ ਦੇ ਬਾਅਦ ਕਿਸਾਨਾਂ ਖਿਲਾਫ ਫਤਿਆਬਾਦ ਦੇ ਥਾਣੇ 'ਚ ਕਿਸਾਨਾਂ ਦੇ ਖਿਲਾਫ ਮਾਮਲੇ ਵੀ ਦਰਜ ਕੀਤੇ ਸੀ ਤੇ ਪੁਲਿਸ ਨੇ ਕਿਸਾਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ। ਇਸ ਤੋਂ ਬਾਅਦ ਕਿਸਾਨ ਨੇਤਾ ਰਾਕੇਸ਼ ਟਕੈਤ ਦੁਆਰਾ ਕਿਸਾਨਾਂ ਦੀ ਰਿਹਾਈ ਲਈ ਟੋਹਾਣਾ ਥਾਣਾ ਧਰਨਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਕਿਸਾਨ ਨੇਤਾ ਰਾਕੇਸ਼ ਟਕੈਤ ਨੇ ਕਿਹਾ ਕਿ ਜਾਂ ਤਾਂ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਲੇ ਜਾਂ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਛੱਡ ਦੇਵੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇੱਕ ਤਾਂ ਪੁਲਿਸ ਦੁਆਰਾ ਗਲਤ FIR ਦਰਜ ਕੀਤੀ ਗਈ ਹੈ ਅਤੇ ਦੂਸਰਾ ਵਿਧਾਇਕ ਨੇ ਇਹ ਮਾਮਲਾ ਵਾਪਸ ਲੈ ਲਿਆ ਹੈ, ਤਾਂ ਫਿਰ ਪੁਲਿਸ ਕਿਸਾਨਾਂ ਨੂੰ ਰਿਹਾ ਕਿਉਂ ਨਹੀਂ ਕਰ ਰਹੀ ਹੈ। विधायक से फैसला ये हो गया कि उसने जो अपने केसेस हैं वो वापसी ले लगा, अपनी जो उसके एप्लीकेशन से हैं वो वापसी ले लगा, तो एक केस खत्म हो जाएंगे और विधायक ने अपने उस पर सॉरी भी फील कर ली। लेकिन अब पुलिस क्यों नहीं उनको छोड़ रही और उन पर क्या केस लगाना चाहती है? तो हमने ये कहा कि भाई हमको भी जेल आप भेज दो। कानून का उल्लंघन तो हम पे भी कर रहे कि हम थाने में बैठे हुए हैं, यहाँ पे इतने लोग तो हमने भी उल्लंघन करा है, तो आप हमको भी जेल भेज दो सब लोगों को, और या आप उनको भी रिहा करो, ये हमने उनको कहा है। ये नहीं होगा कि उनके ऊपर धाराएं लगा कर आप उनको जेल में रखोगे और किसान यहाँ से हार कर चला जाएगा, वो नहीं होगा। किसान या तो जेल जाएगा या वे भी बाहर आएंगे। पुलिस प्रशासन की तरफ से क्या कहा जा रहा है अभी? पुलिस प्रशासन की तरफ से अभी तो कुछ नहीं कहा गया, आज दिन में फिर उनसे बातचीत होगी तो वे क्या बताते हैं। हम तो बैठे यहाँ पे, और जब तक बात नहीं बनती तब तक बैठे रहेंगे। अच्छा और कहाँ जाएंगे हम तो यही रहेंगे। ये तो 6 महीने जब किसान मतलब सरकार के भी कान नहीं खुले क्या, या वो उसको दिखाई नहीं दे रहा। किसान अगर 7 महीने हो गए वो अपने घर नहीं जा सकता तो थाने से एक दिन में चला जाएगा क्या? हम चाहते हैं कि शांतिपूर्ण तरीके से अपना सरकार भी अपना काम करे। हमारे जो इशू हैं 3 कानून, MSP पे कानून, ये चीजें हो जाएंगी, धरना खत्म हो जाएगा। आगे की कमेटी बन जाएगी, जो और मामले होंगे वे कमेटी और भारत सरकार बैठ के बातचीत करती रहेगी। उसमें जितने भी मुकदमे दर्ज करेंगे ये भी उसका एक पार्ट होगा। तो ऐसा हरियाणा कोई ऐसा प्रदेश आएगा कि यहाँ पे इतनी बड़ी गुंडागर्दी पुलिस प्रशासन की के आंदोलनकारियों को आप जेल में भेजोगे, उनको सजाएं सुनाओगे, रास्ता जाम करने की आप 3-3 साल की सजा सुनाओगे। अगर कानून में आ जाएंगे तो गाड़ी के इंश्योरेंस दिखा दे पुलिस वाले अपने भी, एक भी पुलिस का गाड़ी का इंश्योरेंस नहीं मिलने। ਵੇਲਾ ਹੋ ਚੁੱਕਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਤੇ ਜਲਦ ਹਾਜ਼ਰ ਹੋਵਾਂਗੇ ਬ੍ਰੇਕ ਤੋਂ ਬਾਅਦ। ਰੂਰਲ ਕਰੋਨਾ ਵੋਲੰਟੀਅਰਸ ਕਹਿ ਕੇ ਇੱਕ 7 ਬੰਦਿਆਂ ਦਾ ਗਰੁੱਪ ਹਰ ਪਿੰਡ ਦੇ ਵਿੱਚ ਬਣਾਇਆ ਜਾਏ। ਉਹ 7 ਮੈਂਬਰ ਦਾ ਗਰੁੱਪ ਆਪਣੇ ਪਿੰਡਾਂ ਦੇ ਵਿੱਚ ਘੁੰਮੇ ਔਰ ਇਹਦੇ ਵਿੱਚ ਉਹਨਾਂ ਨੂੰ ਐਮਫਸਾਈਜ਼ ਕਰਨਾ ਚਾਹੀਦਾ ਹੈ, ਟੈਸਟ ਕਰੋ ਜੈਸੇ ਮੈਂ ਤੁਹਾਨੂੰ ਦੱਸਿਆ। ਜਿੱਥੇ ਫਿਰ ਅਗਰ ਕੋਈ ਪੋਜ਼ਿਟਿਵ ਨਿਕਲਿਆ ਉਹ ਕਿਹਨੂੰ ਮਿਲਿਆ ਉਹਨੂੰ ਟ੍ਰੇਸ ਕਰੋ, ਕਿ ਜਾ ਕੇ ਦੇਖੋ ਕਿ ਕਿਹਨੂੰ ਮਿਲਿਆ ਉਹਨੂੰ ਵੀ ਟੈਸਟ ਕਰੋ, ਔਰ ਫਿਰ ਜਿਹੜੇ ਕੋਵਿਡ ਪੋਜ਼ਿਟਿਵ ਨੇ ਟ੍ਰੀਟ ਕਰੋ। 3 T's ਟੈਸਟ, ਟ੍ਰੇਸ ਐਂਡ ਟ੍ਰੀਟ। ਇਹ ਚੀਜ਼ਾਂ ਅਗਰ ਆਪਾਂ ਕਰ ਸਕੀਏ ਤਾਂ ਤੁਸੀਂ ਦੇਖੋ ਇਹਦੇ ਵਿੱਚ ਆਪਣੇ ਪਿੰਡ 'ਚ ਔਰ ਮੁਹੱਲਿਆਂ 'ਚ ਕੰਟਰੋਲ ਆ ਸਕਦੀ ਹੈ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੇ ਰੁਖ ਕਰਦੇ ਹਾਂ ਅਗਲੀ ਖਬਰ ਦੇ ਵੱਲ, ਜਿੱਥੇ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵੱਲੋਂ ਮੀਤ ਪ੍ਰਧਾਨ ਬਲਵਿੰਦਰ ਸਿੰਘ ਘੇਲ ਅਤੇ ਬਲਾਕ ਪ੍ਰਧਾਨ ਪ੍ਰਕਾਸ਼ ਸਿੰਘ ਬੱਬਲ ਦੀ ਅਗਵਾਈ ਦੇ ਵਿੱਚ ਪਿੰਡ ਹਿੰਦੂਪੁਰ ਦੇ ਕਿਸਾਨਾਂ ਦੇ ਸਮੇਤ ਹੋਰ ਕਈ ਪਿੰਡਾਂ ਦੇ ਕਿਸਾਨਾਂ ਨੇ ਦਿੱਲੀ ਦੇ ਲਈ ਬੱਸਾਂ ਅਤੇ ਕਾਰਾਂ ਦਾ ਕਾਫਲਾ ਲੈ ਕੇ ਰਵਾਨਾ ਹੋਏ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਕਾਰਨ ਹਰ ਵਰਗ ਨੂੰ ਵੱਡੀ ਮਾਰ ਪਵੇਗੀ ਤੇ ਉਹਨਾਂ ਕਿਹਾ ਕਿ ਦਿੱਲੀ ਕਿਸਾਨੀ ਅੰਦੋਲਨ ਦੇ ਵਿੱਚ ਕਰੀਬ 470 ਕਿਸਾਨ ਸ਼ਹੀਦ ਹੋ ਚੁੱਕੇ ਨੇ, ਪਰ ਕੇਂਦਰ ਸਰਕਾਰ ਦੇ ਸਿਰ ਜੂੰ ਨਹੀਂ ਸਰਕੀ ਤੇ ਇਹ ਨਿੰਦਣਯੋਗ ਹੈ। ਤੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇ ਕੇ ਖੁਸ਼ਹਾਲ ਕਰਨ ਦੇ ਵਿੱਚ ਲੱਗੀ ਹੋਈ ਹੈ ਤੇ ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਕੇਂਦਰ ਸਰਕਾਰ ਨੂੰ ਇਸ ਦੇ ਮਾੜੇ ਨਤੀਜੇ ਭੁਗਤਣੇ ਪੈਣਗੇ।
ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਬਲਾਕ ਖੇੜਾ ਹੈ, ਜਿਹੜਾ ਪ੍ਰਕਾਸ਼ ਸਿੰਘ ਜੀ ਬੱਬਲ ਤੇ ਜਸਵੀਰ ਸਿੰਘ ਜੀ ਸਿੱਧੂਪੁਰ ਤੇ ਬਲਵਿੰਦਰ ਸਿੰਘ ਜੀ ਘੇਲ ਦੀ ਅਗਵਾਈ 'ਚ ਇੱਕ ਬਹੁਤ ਵੱਡਾ ਜਥਾ ਏਕਤਾ ਸਿੱਧੂਪੁਰ ਜਥੇਬੰਦੀ ਵੱਲੋਂ ਅੱਜ ਇੱਥੋਂ ਸਾਧੂਗੜ੍ਹ ਤੋਂ ਚੱਲ ਰਿਹਾ 300 350 ਜਿਹੜਾ ਉਹ ਪਰਸਨ ਜਿਹੜੇ ਉਹ ਜਾ ਰਹੇ ਨੇ। ਕਿਸਾਨ ਤੇ ਬੀਬੀਆਂ ਵੀ ਨਾਲ ਨੇ। ਇਹ ਪ੍ਰਮਾਤਮਾ ਕਰੇ ਇਸੇ ਤਰ੍ਹਾਂ ਜਥੇ ਜਾਂਦੇ ਰਹਿਣ ਬਲਾਕਾਂ ਦੇ ਵਿੱਚੋਂ, ਤੇ ਜਦੋਂ ਤੱਕ ਇਹ ਕਾਨੂੰਨ ਕਾਲੇ ਵਾਪਸ ਨਹੀਂ ਹੋ ਜਾਂਦੇ ਉਦੋਂ ਤੱਕ ਇਹ ਜਥੇ ਐਵੇਂ ਹੀ ਜਾਂਦੇ ਰਹਿਣਗੇ। ਬਲਾਕ ਖੇੜੇ ਤੋਂ ਜਿਹੜਾ ਇਹ ਜਥਾ ਚੱਲਿਆ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਦਾ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਦਿੱਲੀ ਨੂੰ ਰਵਾਨਾ ਹੋ ਰਿਹਾ। ਬੱਸ ਵੀ ਸਾਡੀ ਚਲੇਗੀ, ਕਾਫੀ ਸਾਡੀਆਂ ਗੱਡੀਆਂ ਤੁਰ ਗਈਆਂ। ਬਾਕੀ ਆਹ ਦੇਖੋ ਹੁਣ ਸਾਡੀਆਂ ਗੱਡੀਆਂ ਹੋਰ ਵੀ ਆ ਰਹੀਆਂ ਤੇ ਪਿੱਛੇ ਵੀ ਜਾ ਰਹੇ ਆ। ਬਹੁਤ ਵੱਡਾ ਸਾਨੂੰ ਹੁੰਗਾਰਾ ਮਿਲਿਆ, ਲੋਕਾਂ ਨੇ ਆਪਣੀ ਡਿਊਟੀ ਸਮਝੀ ਆ। ਤਿੰਨੇ ਕਾਨੂੰਨ ਰੱਦ ਕਰਾਉਣ ਵਾਸਤੇ ਅਸੀਂ ਦਿੱਲੀ ਦੇ ਵਿੱਚ ਜਿਹੜੀ ਸ਼ਮੂਲੀਅਤ ਕਰਨ ਜਾ ਰਹੇ ਹਾਂ। ਸੋ ਅਸੀਂ ਸਾਰੇ ਕਿਸਾਨ ਵੀਰਾਂ ਦਾ ਬਹੁਤ ਤੇ ਪ੍ਰੈਸ ਦਾ ਖਾਸ ਕਰਕੇ ਜਿਹੜੀ ਕਿ ਇੰਨੀ ਮਤਲਬ ਕਿ ਕਵਰ ਕਰ ਰਹੀ ਆ, ਸਾਰੀ ਕਿਸਾਨਾਂ ਦੀ ਗੱਲ ਦਿੱਲੀ ਸੈਂਟਰ ਤੱਕ ਪਹੁੰਚਾ ਰਹੀ ਹੈ। ਮੈਂ ਆਪਣੇ ਪ੍ਰੈਸ ਵਾਲੇ ਵੀਰ ਦਾ ਬਹੁਤ ਧੰਨਵਾਦ। ਦੇਖੋ ਜੀ ਜਿਹੜਾ ਕਿਸਾਨ ਆ, ਇੱਕ ਤੁਸੀਂ ਸੁਣਿਆ ਹੋਣਾ ਵੀ ਜੱਟ ਨੇ ਪੱਥਰ 'ਚ ਰੱਬ ਪਾ ਲਿਆ ਤਾਂ ਇਹ ਤਾਂ ਫਿਰ ਮੋਦੀ ਸਾਹਿਬ ਤੋਂ ਅਸੀਂ ਮਨਾ ਲਾਂਗੇ। ਕੋਈ ਗੱਲ ਨਹੀਂ, ਜੇ ਪੱਥਰ ਦੇ ਵਿੱਚ ਰੱਬ ਕੱਢ ਸਕਦਾ ਕਿਸਾਨ ਭਗਤੀ ਕਰਕੇ, ਤਾਂ ਕਾਲੇ ਕਾਨੂੰਨ ਨਹੀਂ ਅਸੀਂ ਰੱਦ ਕਰਾ ਸਕਦੇ। ਇਹ ਕੋਈ ਸਾਡੇ ਵਾਸਤੇ ਬੜੀ ਗੱਲ ਨਹੀਂ। ਸਾਡੀਆਂ ਜਥੇਬੰਦੀਆਂ ਇਮਾਨਦਾਰੀ ਗੱਲ ਬੈਠੀਆਂ, ਅਸੀਂ ਸ਼ਾਂਤਮਈ ਢੰਗ ਨਾਲ ਜਿਹੜੇ ਕਾਨੂੰਨ ਆ ਰੱਦ ਕਰਾ ਕੇ ਵਾਪਸ ਆਵਾਂਗੇ। ਉਹ ਸਾਡਾ ਦਿੱਲੀ ਜਾਣ ਦਾ ਪ੍ਰੋਗਰਾਮ ਆ ਬਲਾਕ ਖੇੜੇ ਵੱਲੋਂ। ਅਸੀਂ ਬਹੁਤ ਸਾਰਾ ਭਾਰੀ ਇਕੱਠ ਲੈ ਕੇ ਅੱਜ ਦਿੱਲੀ ਰਵਾਨਾ ਹੋ ਰਹੇ ਹਾਂ। ਜਿੰਨਾ ਚਿਰ ਇਹ ਸਰਕਾਰ ਦੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਨੀ ਦੇਰ ਅਸੀਂ ਐਸੇ ਤਰ੍ਹਾਂ ਆਪਣੇ ਪੰਜਾਬ ਤੋਂ ਕਾਫਲੇ ਜਿਹੜੇ ਨੇ ਉਹ ਜਾਰੀ ਰੱਖਾਂਗੇ, ਜਾਂਦੇ ਰਹਿਣਗੇ। ਜਿਹੜਾ ਸਾਡਾ ਉੱਥੇ ਜਿਹੜਾ ਇਕੱਠ ਆ ਪਹਿਲਾਂ ਹੀ ਬਹੁਤ ਆ, ਪਰ ਅਸੀਂ ਇਸ ਇਕੱਠ ਨੂੰ ਹੋਰ ਵਧਾ ਦਾਂਗੇ। ਅਸੀਂ ਇਸ ਸਰਕਾਰ ਦੇ ਨੱਕ ਦੇ ਵਿੱਚ ਦਮ ਕਰ ਦਾਂਗੇ ਜਿੰਨਾ ਚਿਰ ਇਹ ਸਾਡੇ ਕਾਨੂੰਨ। ਇਸ ਦੇ ਨਾਲ ਹੀ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਤੇ ਜਲਦ ਹਾਜ਼ਰ ਹੋਵਾਂਗੇ ਬ੍ਰੇਕ ਤੋਂ ਬਾਅਦ। ਫਤਿਹ ਕਿਟ ਦਿੱਤੇ ਨੇ ਕਿ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ। ਅਗਰ ਤੁਸੀਂ ਪੋਜ਼ਿਟਿਵ ਹੋ, ਸਟੇਜ 1 ਦੇ ਵਿੱਚ ਹੋ, ਲੈਵਲ 1 ਦੇ ਵਿੱਚ ਹੋ, ਆਪਣੇ ਘਰ 'ਚ ਜਾਓ, ਫਤਿਹ ਕਿਟ ਤੁਹਾਨੂੰ ਮਿਲ ਜੂਗਾ। ਬਿਮਾਰੀ ਕੀ ਦਵਾਈ ਲੈਣੀ ਹੈ, ਕੈਸੇ ਲੈਣੀ ਹੈ, ਸਾਰਾ ਕਾਗਜ਼ ਵਿੱਚ ਹੈ। ਕੋਈ ਬੰਦਾ ਆਊਗਾ ਜਿਹੜਾ ਤੁਹਾਨੂੰ ਦੇਊਗਾ ਔਰ ਉਹ ਸਮਝਾਊਗਾ ਵੀ ਤੁਹਾਨੂੰ, ਉਹ ਤੁਸੀਂ ਲਓ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੇ ਰੁਖ ਕਰਦੇ ਹਾਂ ਅਗਲੀ ਖਬਰ ਦੇ ਵੱਲ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਨਲਾਈਨ ਪ੍ਰੈਸ ਕਾਨਫਰੰਸ ਕੀਤੀ ਤੇ ਇਸ ਮੌਕੇ ਉਹਨਾਂ ਨੇ ਦੇਸ਼ ਦੇ ਆਰਥਿਕ ਹਾਲਾਤਾਂ ਬਾਰੇ ਚਰਚਾ ਕੀਤੀ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਦੇਸ਼ 'ਚ ਲਾਗੂ ਕੀਤਾ ਗਿਆ GST ਫਾਰਮੂਲਾ ਪੂਰੀ ਤਰ੍ਹਾਂ ਫੇਲ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਵਿੱਚ ਇੱਕ ਬੈਠਕ ਬੁਲਾਵੇ ਜਿਸ ਦੇ ਵਿੱਚ ਦੇਸ਼ ਦੇ ਆਰਥਿਕ ਹਾਲਾਤਾਂ ਬਾਰੇ ਚਰਚਾ ਕੀਤੀ ਜਾਵੇ। ਤੇ ਨਾਲ ਹੀ ਉਹਨਾਂ ਹੋਰ ਕੀ ਕਿਹਾ ਤੁਹਾਨੂੰ ਸੁਣਾਉਂਦੇ ਹਾਂ। हमें बताया गया था कि जिस दिन GST का निजाम नाफिज हो जाएगा तो जो हमारी GDP है उसकी शरह में 2% इजाफा हो जाएगा। टैक्स कलेक्शन जो है बढ़ जाएगी, टैक्स भरना जो है सरल हो जाएगा, एक्सपोर्ट्स जो है उसमें इजाफा हो जाएगा। और इस वजह से अगर आप अपनी जो अख्तियारात हैं वो गवर्नमेंट ऑफ इंडिया को या इस GST में हम सब पूल करने इकट्ठे होके, तो इट इज इन द लार्जेस्ट इंटरेस्ट ऑफ इंडिया। तो हम तो इस झांसे में आ गए। हमने सोचा कि अगर GDP बढ़ रही है, टैक्स कलेक्शन बढ़ रहे हैं और काम सरल हो जाएगा, एक्सपोर्ट बढ़ जाएंगे, तो पिछले 73 साल में हमने कौन सी तोप चला ली, तो चलो इसी से गरीबी दूर होएगी और भारत जो है एक सुपर पावर की हैसियत में आने की उसमें आ जाएगा। बट अगर 4 साल से ये सही नहीं चल रहा तो ये कोई क्या बोलते हैं, कोई आइंस्टाइन की थ्योरी तो या कोई फिलॉसफी तो है नहीं कि समझ नहीं आएगी, या कोई मंत्र तो नहीं है ये वेद के जो किसी को पढ़ने नहीं आएंगे। 100 पौने 250 मुल्क है, पौने 200 मुल्क में GST जो है वो नाफिज हो चुकी है। भारत जो है was not the first state to go in for GST। 160 मुल्क जो इससे पहले आ चुके हैं। We were the 161st। एक तो सबसे पहले तो है कि एक बैठक बुलाई जाए, क्योंकि बैठक वैसे भी कानूनी हैसियत से भी बैठक बुलानी जरूरी थी। आप 2 क्वार्टर से 6 महीने से ज्यादा निकल गए। दूसरा एक स्पेसिफिक एजेंडा है
6 या 7 नुक्ते हैं, भाई इस बात पे हम डिस्कशन चाहते हैं। ਵੇਲਾ ਹੋ ਚੁੱਕਿਆ ਕਿ ਛੋਟੇ ਜਿਹੇ ਬ੍ਰੇਕ ਦਾ, ਤੇ ਜਲਦ ਹਾਜ਼ਰ ਹੋਵਾਂਗੇ ਬ੍ਰੇਕ ਤੋਂ ਬਾਅਦ। यात्रीगण कृपया ध्यान दें, ANV एक्सप्रेस न्यूज ऑन व्हील्स, टाटा स्काई, एयरटेल, फेसबुक पेज, इंस्टाग्राम, जियो टीवी, गूगल प्ले, यूट्यूब और ऐप स्टोर पर रात 9 बजे ANV न्यूज पर आ रही है। धन्यवाद। ਪੂਰਾ ਦੇਸ਼ ਇਸ ਵੇਲੇ ਕਰੋਨਾ ਦੇ ਨਾਲ ਜੰਗ ਲੜ ਰਿਹਾ ਹੈ ਤੇ ਪੰਜਾਬ ਵੀ ਇਸ ਜੰਗ ਦੇ ਵਿੱਚ ਸ਼ਾਮਿਲ ਹੈ। ਇਸ ਲੜਾਈ ਦੇ ਵਿੱਚ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਜਨਤਾ ਦੇ ਨਾਲ ਮੋਢਾ ਜੋੜ ਕੇ ਖੜੀ ਹੈ ਤੇ ਉੱਥੇ ਹੀ ਆਮ ਜਨਤਾ ਵੀ ਪੰਜਾਬ ਸਰਕਾਰ ਨੂੰ ਆਪਣਾ ਪੂਰਾ ਯੋਗਦਾਨ ਦੇ ਰਹੀ ਹੈ ਤੇ ਇਸ ਦਾ ਨਤੀਜਾ ਇਹ ਹੈ ਕਿ ਅੱਜ ਪੰਜਾਬ ਸਿਹਤ ਸੇਵਾਵਾਂ ਵਿੱਚ ਹੋਰਨਾਂ ਰਾਜਾਂ ਨਾਲੋਂ ਕਿਤੇ ਜ਼ਿਆਦਾ ਅੱਗੇ ਹੈ। ਇਸ ਦਾ ਇੱਕ ਸਭ ਤੋਂ ਵੱਡਾ ਉਦਾਹਰਣ ਫਤਿਹ ਕਿੱਟ ਹੈ, ਜੋ ਕਿ ਸਿਹਤ ਵਿਭਾਗ ਵੱਲੋਂ ਸਮੇਂ ਸਿਰ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ। ਮੇਰੀ ਥੋੜੇ ਦਿਨ ਪਹਿਲਾਂ ਕੋਵਿਡ ਦੀ ਰਿਪੋਰਟ ਪੋਜ਼ਿਟਿਵ ਆਈ ਸੀ ਤੇ ਅੱਜ ਮੈਨੂੰ ਫਤਿਹ ਕਿੱਟ ਹੈਲਥ ਡਿਪਾਰਟਮੈਂਟ ਵੱਲੋਂ ਪ੍ਰੋਵਾਈਡ ਕੀਤੀ ਗਈ ਹੈ, ਜਿਹਦੇ ਵਿੱਚ ਕੀ ਜ਼ਰੂਰਤ ਦੀਆਂ ਸਾਰੀਆਂ ਦਵਾਈਆਂ ਨੇ। ਮੈਂ ਪੰਜਾਬ ਸਰਕਾਰ ਦਾ ਇਸ ਵਾਸਤੇ ਬਹੁਤ-ਬਹੁਤ ਧੰਨਵਾਦ ਕਰਦੀ ਹਾਂ। ਦਰਅਸਲ ਇਸ ਕਿੱਟ ਵਿੱਚ ਮਰੀਜ਼ ਦੇ ਇਲਾਜ ਲਈ ਉਹ ਸਾਰੀਆਂ ਦਵਾਈਆਂ ਅਤੇ ਉਪਕਰਣ ਸ਼ਾਮਿਲ ਨੇ ਜਿਸ ਦੇ ਨਾਲ ਮਰੀਜ਼ ਘਰ 'ਚ ਰਹਿ ਕੇ ਹੀ ਕੋਰੋਨਾ ਨੂੰ ਮਾਤ ਦੇ ਸਕਦਾ ਹੈ। ਇਸ ਫਤਿਹ ਕਿੱਟ ਵਿੱਚ 18 ਚੀਜ਼ਾਂ ਸ਼ਾਮਿਲ ਨੇ, ਜਿਸ ਵਿੱਚ ਡਿਜੀਟਲ ਥਰਮਾਮੀਟਰ, ਸਟੀਮਰ, ਫਿੰਗਰ ਟਿਪ ਪਲਸ ਆਕਸੀਮੀਟਰ, ਵਿਟਾਮਿਨ ਸੀ, ਲਿਮਸੀ, ਜ਼ਿੰਕ ਦੀਆਂ ਗੋਲੀਆਂ, ਵਿਟਾਮਿਨ D3 ਕੈਪਸੂਲ, ਆਯੁਸ਼ ਕਵਾਥ, ਡੋਲੋ ਅਤੇ ਹੋਰ ਦਵਾਈਆਂ ਸ਼ਾਮਿਲ ਨੇ। ਕੋਈ ਪੀੜਤ ਵੀ ਜਦੋਂ ਫੋਨ ਕਰਦਾ ਹੈ ਤਾਂ ਸਿਹਤ ਮਹਿਕਮੇ ਦੇ ਕਰਮਚਾਰੀ ਉਸ ਨੂੰ ਘਰ ਜਾ ਕੇ ਫਤਿਹ ਕਿੱਟ ਮੁਹੱਈਆ ਕਰਵਾਉਂਦੇ ਨੇ। ਉਹਨਾਂ ਦੇ ਜਿਹੜੇ ਮਰੀਜ਼ ਪੋਜ਼ਿਟਿਵ ਆਉਂਦੇ ਨੇ ਉਹਨਾਂ ਨੂੰ ਇੱਥੋਂ ਥਰੂ ਕਾਰਨਰ ਤੋਂ ਕਿੱਟ ਇਸ਼ੂ ਹੁੰਦੀ ਹੈ। ਲਿਸਟ ਦੇ ਮੁਤਾਬਿਕ ਸਾਡੇ ਹੈਲਥ ਵਰਕਰ ਨੇ ਉਹ ਘਰ ਜਾ ਕੇ ਕਿੱਟ ਪ੍ਰੋਵਾਈਡ ਕਰਦੇ ਆ ਬੈਨੀਫਿਸ਼ਰੀ ਨੂੰ। ਇਸ ਕਿੱਟ ਵਿੱਚ ਕਰੋਨਾ ਦੇ ਲਈ ਜਿਹੜੇ ਮਰੀਜ਼ ਨੂੰ ਸਮਾਨ ਦਵਾਈਆਂ ਦੀ ਜ਼ਰੂਰਤ ਹੈ ਉਹ ਸਾਰੀ ਦਿੱਤੀ ਗਈ ਹੈ। ਦਰਅਸਲ ਹੋਮ ਕੁਆਰੰਟਾਈਨ ਮਰੀਜ਼ਾਂ ਲਈ ਫਤਿਹ ਕਿੱਟ ਵਰਦਾਨ ਸਾਬਤ ਹੋ ਰਹੀ ਹੈ ਤੇ ਇਨ੍ਹਾਂ ਕਿੱਟਾਂ ਦਾ ਹੀ ਨਤੀਜਾ ਹੈ ਕਿ ਅੱਜ ਪੰਜਾਬ ਕੋਰੋਨਾ ਦੇ ਖਿਲਾਫ ਜੰਗ ਵਿੱਚ ਕਿਤੇ ਹੀ ਅੱਗੇ ਨਿਕਲ ਚੁੱਕਾ ਹੈ। ਲਾਜ਼ਮੀ ਤੌਰ ਤੇ ਪੰਜਾਬ ਫਤਿਹ ਕਿੱਟ ਨਾਲ ਵੀ ਇੱਕ ਦਿਨ ਜ਼ਰੂਰ ਕੋਰੋਨਾ ਤੇ ਫਤਿਹ ਪਾਏਗਾ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੇ ਰੁੱਖ ਕਰਦੇ ਹਾਂ ਅਗਲੀ ਖਬਰ ਦੇ ਵੱਲ। ਫਤਿਹਗੜ੍ਹ ਸਾਹਿਬ ਦੇ ਨੇੜਲੇ ਪਿੰਡ ਸਹਿਦਪੁਰਾ ਦੇ ਵਿਖੇ ਸਕੂਲ ਬੱਸ ਤੇ ਟਰੱਕ ਦੀ ਟੱਕਰ ਹੋ ਗਈ ਤੇ ਟੱਕਰ ਹੋਣ ਦੇ ਕਾਰਨ ਇੱਕ ਹਾਦਸਾ ਵਾਪਰ ਗਿਆ, ਜਿਸ ਦੇ ਚੱਲਦੇ ਜਦ ਪੁਲਿਸ ਅਧਿਕਾਰੀ ਸੁਖਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿੱਲੀ ਸਾਈਡ ਤੋਂ ਇੱਕ ਸਕੂਲ ਬੱਸ ਆ ਰਹੀ ਸੀ ਜੋ ਕਿ ਪਿੰਡ ਸਹਿਦਪੁਰਾ ਨੇੜੇ ਪਹੁੰਚੀ ਤਾਂ ਉਸ ਦਾ ਪਿਛਲਾ ਟਾਇਰ ਪੈਂਚਰ ਹੋ ਗਿਆ, ਜਿਸ ਨੂੰ ਠੀਕ ਕਰਨ ਦੇ ਲਈ ਬੱਸ ਚਾਲਕ ਜੀਟੀ ਰੋਡ ਦੇ ਉੱਤੇ ਖੜਾ ਸੀ ਤੇ ਪਿੱਛੋਂ ਇੱਕ ਟਰੱਕ ਆ ਰਿਹਾ ਸੀ ਜੋ ਬੱਸ ਦੇ ਨਾਲ ਟਕਰਾ ਗਿਆ, ਜਿਸ ਦੇ ਚੱਲਦੇ ਹਾਦਸੇ 'ਚ 3 ਲੋਕ ਗੰਭੀਰ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਦੇ ਚੱਲਦੇ ਟਰੱਕ ਚਾਲਕ ਮੌਕੇ ਤੋਂ ਟਰੱਕ ਛੱਡ ਕੇ ਫਰਾਰ ਹੋ ਗਿਆ ਤੇ ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੈਂਚਰ ਹੋ ਗਈ ਪੈਂਚਰ ਲਗਵਾ ਰਹੇ ਸੀਗੇ, ਜੱਟ ਤੇ ਗੱਡੀ ਖੜੀ ਸੀ, ਪਿੱਛੋਂ ਆ ਕੇ ਉਹਨੇ ਮਾਰਿਆ ਸਰ। ਤੁਸੀਂ ਕਿੱਥੋਂ ਆਏ ਜੀ, ਕਿੱਥੇ ਜਾ ਰਹੇ ਸੀਗੇ? ਅਸੀਂ ਯੂਪੀ ਤੋਂ ਆਏ ਸੀਗੇ ਆਪਣੇ ਪਿੰਡ ਤੋਂ। ਅੱਛਾ ਜੀ, ਹਾਂਜੀ। ਕਿੱਥੇ ਜਾ ਰਹੇ? ਲੁਧਿਆਣੇ ਜਾ ਰਹੇ ਸੀਗੇ ਅਸੀਂ, ਲੁਧਿਆਣੇ ਵੀ ਸਾਡਾ ਘਰ ਹੈਗਾ। ਅੱਛਾ ਜੀ, ਕੀ ਕੰਮ ਕਰਦੇ ਸੀ? ਅਸੀਂ KBM ਸਕੂਲ ਚ ਬੱਚੇ ਲੈ ਕੇ ਜਾਂਦੇ ਸੀ ਅਸੀਂ, ਤੇ ਸਕੂਲ ਬੰਦ ਹੈਗਾ 1.5 ਸਾਲ ਤੁਸੀਂ ਭੁੱਖੇ ਮਰਨ ਲੱਗੇ ਤੇ ਮੈਂ ਕਿਹਾ ਹੁਣ ਮਾੜਾ ਮੋਟਾ ਹਿਲ ਜੁਲ ਕਰੀਏ ਕੁਛ ਤੇ ਰੋਟੀ ਪਾਣੀ ਤੇ ਚਲੇ। ਹਾਂਜੀ। ਬੱਸ ਤੁਸੀਂ ਚਲਾਉਂਦੇ ਹੋ ਕਿ ਡਰਾਈਵਰ ਸੀ ਕੀ ਹੈ? ਨਹੀਂ, ਅਸੀਂ ਮਾਲਕ ਹੈਗੇ, ਅਸੀਂ ਚਲਾਉਂਦੇ ਹਾਂ। ਕਿੰਨੇ ਬੰਦੇ ਸੀਗੇ? ਇਹਦੇ 25-30 ਬੰਦੇ ਸੀਗੇ ਸਾਰੇ। ਹਾਂ ਪਰਿਵਾਰ ਦੇ ਸੀਗੇ। ਜ਼ਖਮੀ ਕੌਣ ਆਇਆ? ਜ਼ਖਮੀ ਇੱਕ ਨਾਂ ਲਿਖਾਏ ਆ ਉਹ ਇੱਕ ਦਾ। ਉਹ ਆਪਸ ਵਿੱਚ ਰਿਸ਼ਤੇਦਾਰ ਨੇ ਸਾਰੇ? ਹਾਂ, सब आपस में रिश्तेदार। औरतां ने जख्मी हुई? हाँ, नहीं, एक बंदा हैगा ते दो बंदे एक लड़की है। ਇਹ ਬੱਸ ਜਾ ਰਹੀ ਸੀ ਦਿੱਲੀ ਤੋਂ ਲੁਧਿਆਣਾ। ਇਹਨਾਂ ਦੀ ਬੱਸ ਜਦੋਂ ਪਿੰਡ ਸੈਦਪੁਰਾ ਦੇ ਸਾਹਮਣੇ ਆ ਕੇ ਜੀਟੀ ਰੋਡ ਦੇ ਉੱਤੇ ਪੈਂਚਰ ਹੋ ਗਈ। ਪੈਂਚਰ ਹੋਈ ਨੂੰ ਇਹ ਪੈਂਚਰ ਲਵਾਉਣ ਵਾਸਤੇ ਟਾਇਰ ਖੋਲ ਕੇ ਆਪਣੇ ਪੈਂਚਰ ਲਵਾਉਣ ਚੱਲ ਗਏ। ਜਿਹੜੀਆਂ ਸਵਾਰੀਆਂ 25-30 ਬੈਠੀਆਂ ਹਨ ਵਿੱਚ, ਉਹ ਉਤਰ ਕੇ ਥੱਲੇ ਰੋਟੀ ਪਾਣੀ ਖਾਣ ਲੱਗ ਗਏ।
ਦੋ ਤਿੰਨ ਸਵਾਰੀਆਂ ਵਿੱਚ ਬੈਠੀਆਂ ਹਨ ਅਜੇ, ਤਾਂ ਪਿੱਛੋਂ ਇੱਕ ਟਰੱਕ ਆਇਆ, ਉਹਨੂੰ ਜਾਂ ਤਾਂ ਨੀਂਦ ਨੂੰਦ ਆ ਗਈ ਹੈ ਜਾਂ ਹੁਣ ਕਹਿ ਨਹੀਂ ਸਕਦੇ ਕੀ ਹੈ। ਉਹਨੇ ਪਿੱਛੇ ਆ ਕੇ ਬੱਸ ਦੇ ਟਾਇਰ ਖੁੱਲੇ ਹੁੰਦੇ ਟੱਕਰ ਮਾਰੀ, ਜਿਹੜੀ ਬੱਸ ਤੇ ਮੇਨ ਰੋਡ ਜੀ ਰੋਡ ਤੋਂ ਥੱਲੜੀ ਸਰਵਿਸ ਰੋਡ ਤੇ ਪਲਟ ਗਈ, ਜਿਹਦੇ ਨਾਲ 3 ਇੰਜਰਡ ਹੋਏ ਨੇ, ਜਿਹਦੇ ਵਿੱਚ ਇੱਕ ਨੀਲਕੰਠ, ਲక్ష్ਮੀ ਤੇ ਅੰਕੁਲ। ਕਿੱਥੇ ਦੇ ਵਾਸੀ ਸੀ ਇਹ ਬੱਸ ਲੁਧਿਆਣੇ ਦੀ ਹੈ। ਇਹ ਵਾਸੀ ਕਿੱਥੇ ਜਿਹੜੇ ਜ਼ਖਮੀ ਹੋਏ ਨੇ? ਇਹ ਵਾਸੀ ਸਾਰੇ ਲੁਧਿਆਣੇ ਦੇ ਨੇ, ਵੈਸੇ ਯੂਪੀ ਤੋਂ ਆਏ ਨੇ। ਇਹ ਯੂਪੀ ਤੋਂ ਕਿੱਥੇ ਆਏ ਸੀ, ਕਿੱਥੇ ਜਾ ਰਹੇ? ਲੁਧਿਆਣੇ ਯੂਪੀ ਅਜੇ ਐਡਰੈਸ ਉਹਨਾਂ ਦਾ ਕਲੀਅਰ ਨਹੀਂ ਹੋਇਆ ਮੈਨੂੰ, ਲੁਧਿਆਣੇ ਜਾ ਰਹੇ। ਕੀ ਕਰਨਾ ਯੂਪੀ ਤੋਂ, ਕੀ ਕਰਨ ਆ ਰਹੇ ਸੀ? ਇਹ ਇੱਥੇ ਮਿਹਨਤ ਮਜ਼ਦੂਰੀ। ਤੇ ਰੁਕਦੇ ਹਾਂ ਛੋਟੇ ਜਿਹੇ ਬ੍ਰੇਕ ਦੇ ਲਈ, ਜਲਦ ਹਾਜ਼ਰ ਹੋਵਾਂਗੇ ਬ੍ਰੇਕ ਤੋਂ ਬਾਅਦ। ਕੋਰੋਨਾ ਵਾਇਰਸ ਨੂੰ ਅਸੀਂ ਤਾਂ ਹੀ ਹਰਾ ਸਕਦੇ ਹਾਂ ਜੇਕਰ ਅਸੀਂ ਆਪਣੇ ਵੱਧ ਤੋਂ ਵੱਧ ਟੈਸਟ ਕਰਵਾਵਾਂਗੇ ਤੇ ਵੈਕਸੀਨੇਸ਼ਨ ਲਗਵਾਵਾਂਗੇ। जैसे ही थोनू कोई थोड़ी बीमारी भी लगे, थोनू लगे कि मैनू मेरी छाती च दर्द है या मैनू खांसी हो गई या मैनू जुकाम हो गया या मेरा बदन च दर्द है, तुसी वेट ना करो, टेस्ट कराओ। ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੰਜਾਬ ਦੇ ਪਿੰਡਾਂ ਵਿੱਚ ਵੈਕਸੀਨੇਸ਼ਨ ਡਰਾਈਵ ਚਲਾਈ ਗਈ ਹੈ ਤਾਂ ਜੋ 18 ਸਾਲ ਤੋਂ ਉੱਪਰ ਦੇ ਸਾਰੇ ਲੋਕ ਜਲਦ ਤੋਂ ਜਲਦ ਆਪਣੀ ਵੈਕਸੀਨੇਸ਼ਨ ਕਰਵਾ ਸਕਣ। ਪੂਰੇ ਪੰਜਾਬ ਦੇ ਪਿੰਡਾਂ ਲਈ ਕੋਵਿਡ ਟੈਸਟਿੰਗ ਕੇਂਦਰ ਸਥਾਪਿਤ ਕੀਤੇ ਗਏ ਨੇ। ਜੇਕਰ ਤੁਹਾਨੂੰ ਬੁਖਾਰ ਜ਼ੁਕਾਮ ਜਿਹੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਤੁਰੰਤ ਆਪਣਾ ਕੋਰੋਨਾ ਵਾਇਰਸ ਦਾ ਟੈਸਟ ਕਰਵਾਓ। ਕੋਰੋਨਾ ਸੰਬੰਧੀ ਜਾਣਕਾਰੀ ਲਈ 104 ਹੈਲਪਲਾਈਨ ਤੇ ਕਾਲ ਕਰੋ। तो तुसी प्लीज इस गल तो हुण मेरी गल मन्नो कि आपां पंजाब नूं बचाउणा है, अपने परिवारां नूं बचाउणा है, अपने पिंड नूं बचाउणा है, तुसी अपने महल्लिਆਂ नूं बचाउणा है। तुसी जो दस्सिया डॉक्टरां ने करो। हिदायतां दी पालना करके आओ मिल के करिए कोरोना ते फतेह। यही है साडा मिशन फतेह। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੇ ਰੁਕ ਕਰਦੇ ਹਾਂ ਅਗਲੀ ਖਬਰ ਦੇ ਵੱਲ। ਪੰਜਾਬ ਕਾਂਗਰਸ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ 'ਚ ਚੱਲ ਰਹੇ ਵੈਕਸੀਨ ਵਿਵਾਦ ਬਾਰੇ ਬੋਲਦਿਆਂ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਸਰਕਾਰ ਦੇ ਇਸ ਫੈਸਲੇ ਨੂੰ ਰੱਦ ਕਰਨ ਦੇ ਲਈ ਕਿਹਾ ਸੀ ਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਜੋ ਵੈਕਸੀਨ ਹਸਪਤਾਲਾਂ ਨੂੰ ਵੇਚੀ ਗਈ ਹੈ ਇਸ ਬਾਰੇ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ ਤੇ ਇਸ ਦੇ ਵਿੱਚ ਸ਼ਾਮਿਲ ਦੋਸ਼ੀਆਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ। देखो, कल मैंने एक लेटर कैप्टन अमरिंदर सिंह चीफ मिनिस्टर पंजाब को भेजी है जिसमें मैंने ये बात कही है कि ये बहुत अनफॉर्चुनेट बात है कि सेंटर से जो वैक्सीनेशन ली वो तो थी लोगों के लिए और गवर्नमेंट ने ये वैक्सीनेट करने थे 18 से लेकर 45 साल के नौजवान, हमारे जो पंजाब के नौजवान लोग हैं, मगर अनफॉर्चुनेटली ब्यूरोक्रेसी और चेयरमैन भी जिसकी चीफ सेक्रेटरी है, मुझे पता चला है कि उन्होंने 1/4 इसका ऑलमोस्ट 40,000 वैक्सीन जो हैं वो प्राइवेट 20 हॉस्पिटल्स को दे दी और जो सेंटर से ली 400 रुपए पर वो प्राइवेट हॉस्पिटल्स को तकरीबन दे दी 1060 रुपए 1100 रुपए और आगे उन हॉस्पिटल्स ने जिनको वैक्सीनेट किया है वो वैक्सीनेशन कर दी उन्होंने 1600 लेकर 2000 रुपए। तो इस हालात में मैंने सीएम को कहा है कि सबसे पहले तो आप इसको बंद कीजिए। वो कल मेरी चिट्ठी के बाद उन्होंने ऑर्डर्स विड्रॉ कर लिए, मगर इधर तक ही नहीं। हम ये चाहेंगे कि जिसने भी ये गैर कानूनी काम किया है उसके अगेंस्ट इंक्वायरी हो, हाईएस्ट लेवल तक भी अगर कोई आदमी इन्वॉल्व है तो उसके खिलाफ सरकार कार्रवाई करे और लोगों को बताए कि ये ऐसे जो लोक हित के खिलाफ फैसले ये किसने किए और किसने जिम्मेवारी दी, क्योंकि इसके साथ सारे देश में और इंटरनेशनली गवर्नमेंट ऑफ पंजाब की जो इमेज है ये हिट हुई कि वैक्सीनेशन में पेंडेमिक हो, महामारी हो और उस टाइम पर गवर्नमेंट बजाय खुद वैक्सीनेशन करे और मैं समझता था ये तो वैक्सीनेशन हमें फ्री में देनी चाहिए और उसका बिजनेस हो रहा है, कारोबार हो रहा है। 2.5 करोड़ रुपया गवर्नमेंट ने, चलो वो एक बात और है, इसके खजाने में गवर्नमेंट के जो प्रॉफिट था चला गया, मगर उसके ऊपर ये ऑफिसर्स ने ये काम क्यों किया है? क्या उसमें इंक्वायरी बताएगी कि वहां प्राइवेट हॉस्पिटल्स के साथ भी इनकी कोई मिली भुगत थी, को कारोबार हुआ या वहां कुछ ऐसा
गैर कानूनी काम हुआ है तो ये इन्वेस्टिगेशन के बाद ही हो सकता है। तो मैं इनको कहना चाहता हूँ ये जरूर किया जाए और हिंदुस्तान के लोगों, पंजाब के लोगों को ये पता चलना चाहिए कि कौन आदमी रिस्पॉन्स। ਤੇ ਫਿਲਹਾਲ ਇਸ ਬੁਲਟਨ ਦੇ ਵਿੱਚ ਨਹੀਂ, ਤੁਸੀਂ ਬਣੇ ਰਹੋ ANB ਨਿਊਜ਼ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ। ਧੰਨਵਾਦ। कम ब्रेक और ज्यादा खबरों के साथ देखिए ANB न्यूज इन चैनल नंबर पर।